ਤਾਂ ਇੱਕ ਕਾਉਂਸਲਿੰਗ ਸੈਂਟਰ ਸੀ, ਐਫਰਟ ਸੀ ਕਿਸੇ ਦਾ ਕਿ ਕੋਸ਼ਿਸ਼ ਕੀਤੀ ਜਾਵੇ, ਪਰ ਉਸ ਨੂੰ ਪ੍ਰਚਾਰਿਆ ਬਹੁਤ ਵੱਡੇ ਪੱਧਰ ਤੇ ਗਿਆ ਸੀ, ਉਸ ਨੂੰ ਲੈ ਕੇ ਬਹੁਤ ਵੱਡੇ ਦਾਅਵੇ ਕੀਤੇ ਗਏ ਸੀ। ਪਰ ਅਸਲ ਦੇ ਵਿੱਚ ਕਿਉਂਕਿ ਜਦੋਂ ਬਾਅਦ ਦੇ ਵਿੱਚ ਕਈ ਵਾਰੀ ਚੀਜ਼ਾਂ ਖੁੱਲਦੀਆਂ ਨੇ ਤਾਂ ਫਿਰ ਪਤਾ ਲੱਗਦਾ ਵੀ ਅਸਲ ਦੇ ਵਿੱਚ ਉਹ ਚੀਜ਼ ਨਹੀਂ ਸੀ। ਹਾਂ, ਉਸ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ, ਇਹੀ ਕਹਿ ਸਕਦੇ ਹਾਂ। जी बिल्कुल विजय, क्योंकि पंजाब दे विच जेकर असीं गल करिए तो सब तो वड्डा मुद्दा इस वेले नशे दा ही मुद्दा है, क्योंकि बहुत सारे नौजवान, जदों असीं नौजवानों दा जिक्र करते हैं तां इह जिक्र हुंदा है कि बहुत सारे नौजवान जिहड़े पंजाब छड्ड के बाहर जा रहे ने, और जिहड़े इत्थे ने तां उन्हां दे मापिआं नूं इह डर रहिंदा कि किते ओह नशे दी दलदल दे विच ना फस जावे। हालांकि इस मुद्दे ते सियासत भी बहुत वड्डे पੱਧਰ ते हुंदी रही है, पर जेकर असीं गल करिए अमृतपाल सिंह दी तां वक-वक स्टेजां तो उस वल्लों इह गल कही ਜਾਂਦੀ ਰਹੀ। ਹਾਲਾਂकि ਅਜਨਾਲਾ ਦੇ ਵਿੱਚ ਵੀ ਜਦੋਂ पूरा घटनाक्रम जिहड़ा वापरदा तां उस वेले भी अमृतपाल सिंह दा यही कहना सी कि ਉਹ नौजवानों नूं नशे तो दूर कर रहा है। इस करके बहुत सारे लोग ने, हालांकि उन्हां वल्लों कुछ सियासतदानां दे नाम भी लए जांदे रहे ने कि उन्हां दा नशे दे कारोबार दे नाल वो लोग जुड़े हुए ने, इस करके उन्हां नूं तकलीफ हो रही है, तां ये शब्द वरते जांदे रहे ने। पर जेकर असीं खुद दी भी गल करिए तां जिस थां ते अमृतपाल सिंह पिंड दे विच ही जिहड़ा गुरुद्वारा साहिब है, जिथे बहुत सारे नौजवान असीं भी देखते रहे हैं कि मापे अपने नौजवानों नूं उत्थे छड्ड के ਜਾਂਦੇ ਰਹੇ ਸੀ, ਤਾਂ ਅਸੀਂ ਵੀ ਇਹੀ ਸੋਚਦੇ ਸੀ ਕਿ ਇਹ ਜਿਹੜੇ ਨੌਜਵਾਨ ਨੇ ਸੱਚਮੁੱਚ ਨਸ਼ਾ ਛੱਡਣ ਦੇ ਲਈ ਆਉਂਦੇ ਨੇ, ਤਾਂ ਹੋ ਵੀ ਸਕਦਾ ਕਿ ਨਸ਼ਾ ਛੱਡ ਕੇ ਉਹ ਨਸ਼ੇ ਤੋਂ ਦੂਰ ਹੁੰਦੇ ਰਹੇ ਹੋਣ। ਪਰ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਨੇ ਦਾਅਵਾ ਕੀਤਾ ਕਿ ਉੱਥੇ ਕੋਈ ਇਸ ਤਰੀਕੇ ਦਾ ਪ੍ਰਬੰਧ ਨਹੀਂ ਸੀ। ਹਾਂ, ਇਹ ਜ਼ਰੂਰ ਗੱਲ ਕਹੀ ਗਈ ਹੈ ਕਿ ਜੇਕਰ ਕਿਸੇ ਦੇ ਮਨ ਮਿਹਰ ਪੈਂਦੀ ਸੀ, ਜੇਕਰ ਕੋਈ ਸਿੱਖੀ ਦੇ ਨਾਲ ਜੁੜਦਾ ਸੀ, ਗੁਰਬਾਣੀ ਦੇ ਨਾਲ ਜੁੜਦਾ ਸੀ, ਤਾਂ ਉਹ ਜ਼ਰੂਰ ਨਸ਼ੇ ਤੋਂ ਦੂਰ ਹੁੰਦਾ ਸੀ। ਪਰ ਜਿਸ ਤਰੀਕੇ ਦੇ ਨਾਲ ਇੱਕ ਦਾਅਵਾ ਕੀਤਾ ਜਾਂਦਾ ਰਿਹਾ ਕਿ ਅਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਦੇ ਹਾਂ, ਤਾਂ ਉਸ ਨੂੰ ਲੈ ਕੇ ਇਸ ਨੌਜਵਾਨ ਨੇ ਕਿਹਾ ਕਿ ਉੱਥੇ ਕੋਈ ਇਸ ਤਰੀਕੇ ਦੀ ਫੈਸਿਲਿਟੀ, ਕੋਈ ਇਸ ਤਰੀਕੇ ਦਾ ਕੋਈ ਡਾਕਟਰੀ ਸਟਾਫ ਨਹੀਂ ਸੀ, ਕਿਉਂਕਿ ਇਹ ਨੌਜਵਾਨ ਖੁਦ ਜੋ ਹੈ ਉਹ ਇੱਕ ਪਿੰਡ ਦੇ ਵਿੱਚ ਮੈਡੀਕਲ ਸਟੋਰ ਚਲਾਉਂਦਾ, ਔਰ ਇਸ ਨੂੰ ਇਸ ਦੇ ਬਦਲੇ ਪੈਸੇ ਵੀ ਦਿੱਤੇ ਜਾਂਦੇ ਸੀ ਕਿ ਤੂੰ ਸਿਰਫ ਆ ਕੇ ਉੱਥੇ ਨੌਜਵਾਨਾਂ ਨੂੰ ਦਵਾਈ ਦੇਣੀ। ਹਾਲਾਂਕਿ ਇਹਦੇ ਕੋਲ ਕੋਈ ਐਸੀ ਡਿਗਰੀ ਜਾਂ ਕੋਈ ਐਸੀ ਆਥੋਰਾਈਜ਼ਡ, ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕੋਈ ਐਸਾ ਇਸ ਦੇ ਕੋਲ ਹੱਕ ਨਹੀਂ ਹੈ ਕਿ ਇਹ ਉਹ ਦਵਾਈ ਦੇ ਸਕੇ ਜਿਹੜੀ ਕਿ ਸਰਕਾਰੀ ਜਾਂ ਹੋਰ ਗੈਰ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਪਰਮਿਸ਼ਨ, ਸਰਕਾਰੀ ਪਰਮਿਸ਼ਨ ਦੇ ਨਾਲ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਨੇ। ਤੇ ਇਸ ਕਰਕੇ ਅਸੀਂ ਕਹਿ ਸਕਦੇ ਕਿ ਜਿਸ ਤਰੀਕੇ ਦੇ ਨਾਲ ਨਸ਼ੇ ਛਡਾਉਣ ਨੂੰ ਲੈ ਕੇ ਜੋ ਪ੍ਰਚਾਰ ਹੁਣ ਤੱਕ ਕੀਤਾ ਜਾਂਦਾ ਰਿਹਾ, ਉਸ ਨੂੰ ਲੈ ਕੇ ਇਸ ਨੌਜਵਾਨ ਦਾ ਜੇਕਰ ਅਸੀਂ ਦਾਅਵੇ ਨੂੰ ਸਹੀ ਮੰਨੀਏ ਤਾਂ ਉੱਥੇ ਕੋਈ ਵੀ ਇਸ ਤਰੀਕੇ ਦਾ ਪ੍ਰਬੰਧ ਨਹੀਂ ਸੀ। ਹਾਲਾਂਕਿ ਜਿਹੜੇ ਪੁਲਿਸ ਸੂਤਰਾਂ ਦੇ ਮੁਤਾਬਕ ਜਿਹੜੇ ਹੁਣ ਤੱਕ ਨੌਜਵਾਨ ਗ੍ਰਿਫਤਾਰ ਵੀ ਕੀਤੇ ਗਏ ਨੇ, ਬਹੁਤ ਸਾਰੇ ਨੌਜਵਾਨਾਂ ਦੇ ਵਿੱਚੋਂ ਪੁਲਿਸ ਅਧਿਕਾਰੀ ਹਾਲਾਂਕਿ ਕੈਮਰੇ ਦੇ ਸਾਹਮਣੇ ਇਹ ਚੀਜ਼ ਕਹਿਣ ਤੋਂ ਬਚਦੇ ਨੇ, ਪਰ ਜਾਣਕਾਰੀ ਮੁਤਾਬਕ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਵੀ ਕੋਈ ਨਾ ਕੋਈ ਨਸ਼ੇ ਦੇ ਨਾਲ ਪੀੜਤ ਨੇ। ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਦਾਅਵਾ ਜਾਂ ਵੱਡਾ ਸਵਾਲ ਜ਼ਰੂਰ ਹੈ ਕਿ ਹੁਣ ਤੱਕ ਜਿਸ ਚੀਜ਼ ਨੂੰ ਲੈ ਕੇ ਸਰਕਾਰਾਂ ਦੇ ਉੱਤੇ, ਸਿਆਸਤਦਾਨਾਂ ਦੇ ਉੱਤੇ, ਸਮਾਜ ਦੇ ਉੱਤੇ ਸਵਾਲ ਚੁੱਕੇ ਜਾਂਦੇ ਰਹੇ ਨੇ, ਤਾਂ ਉਸ ਨਸ਼ਾ ਛਡਾਊ ਮੁਹਿੰਮ ਨੂੰ ਲੈ ਕੇ ਇੱਕ ਵੱਡਾ ਅੱਜ ਖੁਲਾਸਾ ਜ਼ਰੂਰ ਇਸ ਨੌਜਵਾਨ ਵੱਲੋਂ ਕੀਤਾ ਗਿਆ ਕਿ ਇੱਕ ਮੈਡੀਕਲ ਸਟੋਰ ਚਲਾਉਣ ਵਾਲੇ ਇੱਕ ਨੌਜਵਾਨ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉੱਥੇ ਜਿਹੜੇ ਨੌਜਵਾਨ ਨਸ਼ੇ ਨਾਲ ਪੀੜਤ ਨੇ ਉਹਨਾਂ ਨੂੰ ਦਵਾਈ ਦਿੱਤੀ ਜਾਣੀ। ਔਰ ਇਸ ਨੌਜਵਾਨ ਨੇ ਇਹ ਵੀ ਵਿਜੇ ਸਾਫ਼ ਤੌਰ ਤੇ ਕਿਹਾ ਕਿ ਮੇਰੇ ਕੋਲ ਸਿਰਫ ਤੇ ਸਿਰਫ ਕੋਈ ਆਮ ਜਿਹੜਾ ਅਸੀਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਡਾਕਟਰਾਂ ਦੇ ਕੋਲੋਂ ਜਿਹੜੇ ਲੋਕ ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਝੋਲਾ ਛਾਪ ਡਾਕਟਰ ਕਹਿ ਦਿੰਦੇ ਹਾਂ ਕਿ ਡਿਗਰੀ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਦਵਾਈ ਦੇ ਦਿੱਤੀ ਜਾਂਦੀ, ਤਾਂ ਇਸ ਦਾ ਵੀ ਕੁਝ ਉਸ ਤਰੀਕੇ ਦੀ ਕਹਾਣੀ ਸੀ ਕਿ ਮੈਂ ਸਿਰਫ ਸਿਰ ਪੀੜ ਜਾਂ ਹੋਰ ਕੋਈ ਜਿਹੜੀਆਂ ਆਮ ਤੌਰ ਤੇ ਕੋਈ ਜ਼ੁਕਾਮ, ਸਰਦੀ, ਅਜਿਹੀਆਂ ਜਿਹੜੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਨੇ ਉਸ ਦੀ ਦਵਾਈ ਉਹ ਜ਼ਰੂਰ ਦਿੰਦਾ ਸੀ। ਪਰ ਨਸ਼ਾ ਛਡਾਉਣ ਨੂੰ ਲੈ ਕੇ ਜਿਹੜੀ ਦਵਾਈ ਜਿਵੇਂ ਆਮ ਆਪਾਂ ਮੈਡੀਕਲ ਸਟੋਰ ਤੋਂ ਦਵਾਈ ਲੈ ਲੈਂਦੇ ਆ, ਉਸ ਤਰੀਕੇ ਨਾਲ ਇਹ ਨੌਜਵਾਨ ਉਨੀ ਕੁ ਪੜ੍ਹਾਈ ਉਸਨੇ ਕੀਤੀ ਹੋਈ ਸੀ। ਰਾਜੀਵ, ਇਸ ਦੇ ਵਿੱਚ ਕਈ ਵਾਰੀ ਕੈਮਰੇ ਤੇ ਆ ਕੇ ਬੰਦਾ ਸਾਰੀਆਂ ਗੱਲਾਂ ਨਹੀਂ ਦੱਸਦਾ। ਜੇ ਤੁਹਾਨੂੰ ਪਤਾ ਹੋਏ ਕਿ ਰਿਕਾਰਡਿੰਗ ਹੋ ਰਹੀ ਹੈ ਉਦੋਂ ਬੰਦਾ ਬਹੁਤ ਸੋਚ ਸਮਝ ਕੇ ਬੋਲਦਾ ਹੈ, ਦਬ ਘੁੱਟ ਕੇ ਬੋਲਦਾ ਹੈ, ਬਟ ਐਜ਼ ਏ ਜਰਨਲਿਸਟ ਜਦੋਂ ਆਪਾਂ ਕਈ ਵਾਰੀ ਵੈਸੇ ਖੜੇ ਹੁੰਨੇ ਆ, ਆਫ ਦਾ ਰਿਕਾਰਡ ਗੱਲ ਕਰ ਰਹੇ ਹੁੰਨੇ ਆ, ਤਾਂ ਬਹੁਤ ਸਾਰੀਆਂ ਚੀਜ਼ਾਂ ਬੰਦੇ ਦੱਸ ਵੀ ਦਿੰਦੇ ਆ। ਕੀ ਉਸ ਨੌਜਵਾਨ ਨੇ ਕੋਈ ਇਸ ਤਰੀਕੇ ਦੀ ਗੱਲ ਦੱਸੀ ਕਿ ਡਾਕਟਰ ਰੱਖਿਆ ਕਿਉਂ ਨਹੀਂ ਗਿਆ, ਉਸ ਦੇ ਪਿੱਛੇ ਵਜ੍ਹਾ ਕੀ ਸੀ? ਜਦੋਂ ਕਿ MBBS ਡਾਕਟਰ ਕੋਈ ਵੀ ਪ੍ਰਾਈਵੇਟ ਹਾਇਰ ਕੀਤਾ ਜਾ ਸਕਦਾ ਸੀ, ਕਿਉਂ ਨਹੀਂ ਰੱਖਿਆ ਗਿਆ? ਕੋਈ ਵਜ੍ਹਾ ਦੱਸੀ?
ਦੇਖੋ ਇਸ ਬਾਰੇ ਤਾਂ ਉਸ ਵੱਲੋਂ ਕੁਝ ਨਹੀਂ ਕਿਹਾ ਗਿਆ, ਕਿਉਂਕਿ ਉਸ ਦਾ ਕਹਿਣਾ ਸੀ ਕਿ ਜਦੋਂ ਉਸ ਦੇ ਨਾਲ ਸੰਪਰਕ ਹੋਇਆ ਤਾਂ ਉਸ ਨੂੰ ਇਹ ਗੱਲ ਕਹੀ ਗਈ ਕਿ ਤੂੰ ਸਾਡੇ ਉੱਥੇ ਆ ਕੇ ਜਿਹੜੇ ਨੌਜਵਾਨ ਆਉਣਗੇ ਉਹਨਾਂ ਨੂੰ ਦਵਾਈ ਦੇਣੀ। ਤਾਂ ਇਸ ਦਾ ਕਹਿਣਾ ਸੀ ਜੋ ਰਿਕਾਰਡਿੰਗ ਦੇ ਵਿੱਚ ਵੀ ਮੌਜੂਦ ਹੈ। ਇਸਨੇ ਕਿਹਾ ਕਿ ਮੇਰੇ ਕੋਲ ਇਸ ਤਰੀਕੇ ਦੀ ਕੋਈ ਪੜ੍ਹਾਈ ਜਾਂ ਇਸ ਤਰੀਕੇ ਦਾ ਮੇਰੇ ਕੋਲ ਕੋਈ ਪ੍ਰੈਕਟਿਸ ਨਹੀਂ ਹੈ ਕਿ ਮੈਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ। ਤਾਂ ਉਹਨਾਂ ਦਾ ਕਹਿਣਾ ਸੀ ਕਿ ਤੂੰ ਸਿਰਫ ਜੇਕਰ ਕਿਸੇ ਨੂੰ ਕੋਈ ਕਿਸੇ ਦੇ ਸਰੀਰ ਦੇ ਵਿੱਚ ਕੋਈ ਦਰਦ ਹੈ ਜਾਂ ਬੀਪੀ ਦੀ ਜਾਂ ਆਮ ਜਿਹੜੀਆਂ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਕਿ ਤੂੰ ਸਿਰਫ ਉਹੀ ਦਵਾਈਆਂ ਦੇਣੀਆਂ ਨੇ। ਤਾਂ ਉਸ ਮੁਤਾਬਕ ਉਸ ਦਾ ਕਹਿਣਾ ਕਿ ਮੈਨੂੰ ਜਿੰਨੀਆਂ ਮੇਰੀਆਂ ਦਵਾਈਆਂ ਹੁੰਦੀਆਂ ਸੀ ਉਸ ਮੁਤਾਬਕ ਮੈਨੂੰ ਉਸਦੇ ਪੈਸੇ ਵੀ ਦੇ ਦਿੱਤੇ ਜਾਂਦੇ ਸੀ। ਪਰ ਉਸ ਦਾ ਕਹਿਣਾ ਕਿ ਜਿੰਨੇ ਦੇਰ ਮੈਂ ਉੱਥੇ ਜਾਂਦਾ ਰਿਹਾ ਕੋਈ ਵੀ ਸੀਨੀਅਰ ਡਾਕਟਰ ਕੋਈ ਐਸਾ ਕੋਈ ਸਾਈਕੈਟ੍ਰਿਕ ਜਾਂ ਜਿਨ੍ਹਾਂ ਨੂੰ ਇਸ ਬਾਰੇ ਨੌਲੇਜ ਹੁੰਦੀ ਹੈ, ਕਿਉਂਕਿ ਆਮ ਤੌਰ ਤੇ ਅਸੀਂ ਜਦੋਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਉੱਤੇ ਹੁੰਦੀ ਹੈ ਕਾਉਂਸਲਿੰਗ, ਜੋ ਕਿ ਨਸ਼ਾ ਛੱਡਣ ਦੇ ਲਈ ਕਿਸੇ ਨੌਜਵਾਨ ਨੂੰ ਪ੍ਰੇਰਿਤ ਕਰਨਾ। ਹਾਲਾਂਕਿ ਉੱਥੇ ਜਿਹੜੀ ਕਾਉਂਸਲਿੰਗ ਕਿਸ ਤਰੀਕੇ ਦੀ ਹੁੰਦੀ ਸੀ ਉਹ ਹੁਣ ਤੱਕ ਇਹੀ ਦਾਅਵਾ ਕੀਤਾ ਜਾਂਦਾ ਕਿ ਅਸੀਂ ਗੁਰੂ ਦੇ ਲੜ ਨੌਜਵਾਨਾਂ ਨੂੰ ਜੋੜਦੇ ਸਾਂ। ਤਾਂ ਇਹ ਜੇਕਰ ਕਿਸੇ ਵੀ ਧਰਮ ਦੇ ਵਿੱਚ ਅਸੀਂ ਗੱਲ ਕਰੀਏ ਕਿ ਜੇਕਰ ਕਿਸੇ ਦੇ ਕੋਈ ਆਸਥਾ ਦੇ ਨਾਲ ਜੁੜਦਾ ਤਾਂ ਲਾਜ਼ਮੀ ਤੌਰ ਤੇ ਉਹ ਨਸ਼ਾ ਨਹੀਂ ਬਲਕਿ ਬਹੁਤ ਸਾਰੀਆਂ ਕੁਰੈਤਾਂ ਤੋਂ ਦੂਰ ਚਲਾ ਜਾਂਦਾ। ਪਰ ਜੋ ਦਾਅਵਾ ਕੀਤਾ ਜਾ ਰਿਹਾ ਸੀ ਕਿ ਜਿੰਨੇ ਵੀ ਨੌਜਵਾਨ ਉੱਥੇ ਆਉਂਦੇ ਨੇ ਬਹੁਤ ਵੱਡੇ ਪੱਧਰ ਤੇ ਅਸੀਂ ਉਹਨਾਂ ਨੂੰ ਨਸ਼ੇ ਤੋਂ ਦੂਰ ਕੀਤਾ, ਤਾਂ ਉਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਸਵਾਲ ਜ਼ਰੂਰ ਇਸ ਨੌਜਵਾਨ ਯਾਨੀ ਇਹ ਕਹਿ ਸਕਦੇ ਆ ਰਜੀਵ ਵੀ ਉਹ ਕੋਈ ਆਥੋਰਾਈਜ਼ਡ ਜਾਂ ਰਜਿਸਟਰਡ ਨਸ਼ਾ ਛਡਾਊ ਕੇਂਦਰ ਨਹੀਂ ਸੀ ਜਿਸ ਦਾ ਉਸ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਸੀ। ਜੀ ਬਿਲਕੁਲ ਕਿਸੇ ਤਰੀਕੇ ਦੇ ਨਾਲ ਉੱਥੇ ਨਾ ਤਾਂ ਕੋਈ ਨਸ਼ਾ ਛਡਾਊ ਕੇਂਦਰ ਸ਼ਬਦ ਹੁਣ ਤੱਕ ਅਸੀਂ ਪੜਿਆ ਹੈ। ਹਾਂ, ਉੱਥੇ ਜਿਹੜੇ ਨੌਜਵਾਨ ਰਹਿੰਦੇ ਸਨ ਇੱਕ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਸੀ, ਉੱਥੇ ਲੰਗਰ ਉਹਨਾਂ ਦੇ ਲਈ ਤਿਆਰ ਕੀਤਾ ਜਾਂਦਾ ਸੀ ਔਰ ਬਾਹਰ ਖੁੱਲੇ ਮੈਦਾਨ ਦੇ ਵਿੱਚ 4 ਤੋਂ 5 ਜਿਹੜੇ ਟੈਂਟ ਲੱਗੇ ਹੋਏ ਸੀ ਉੱਥੇ ਹੀ ਉਹਨਾਂ ਨੌਜਵਾਨਾਂ ਨੂੰ ਰੱਖਿਆ ਜਾਂਦਾ ਸੀ। ਉਹ ਨੌਜਵਾਨ ਹੀ ਪੂਰਾ ਦਿਨ ਸੇਵਾ ਕਰਦੇ ਨਜ਼ਰ ਆਉਂਦੇ ਸੀ। ਉੱਥੇ ਉਹਨਾਂ ਵੱਲੋਂ ਹੀ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਸੀ, ਉਹਨਾਂ ਵੱਲੋਂ ਹੀ ਵਰਤਾਇਆ ਜਾਂਦਾ ਸੀ। ਪਰ ਲੱਗਦਾ ਇਹੀ ਸੀ ਕਿ ਸ਼ਾਇਦ ਇਹ ਜਿਹੜੇ ਨੌਜਵਾਨ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਛੱਡ ਕੇ ਗਏ ਨੇ ਉਹ ਸੱਚਮੁੱਚ ਨਸ਼ੇ ਤੋਂ ਦੂਰ ਹੋ ਰਹੇ ਨੇ। ਪਰ ਇਸ ਨੌਜਵਾਨ ਦਾ ਕਹਿਣਾ ਕਿ ਜਿੰਨੇ ਕੁ ਨੌਜਵਾਨ ਉੱਥੇ ਆਉਂਦੇ ਸੀ ਉਹਨੇ ਕੁ ਹੀ ਨੌਜਵਾਨ ਕੁਝ ਦੇਰ ਬਾਅਦ ਉੱਥੋਂ ਵਾਪਸ ਵੀ ਚਲੇ ਜਾਂਦੇ ਸੀ। ਤਾਂ ਇੱਕ ਵੱਡਾ ਦਾਅਵਾ ਇਸ ਵੱਲੋਂ ਜ਼ਰੂਰ ਕੀਤਾ ਗਿਆ। ਜੀ ਵਿਜੇ ਠੀਕ ਹੈ। ਤਾਂ ਅਸੀਂ ਤੁਹਾਨੂੰ ਦਿਖਾਇਆ ਕਿ ਜਿਸ ਨਸ਼ਾ ਮੁਕਤੀ ਕੇਂਦਰ ਦਾ ਪ੍ਰਚਾਰ ਕੀਤਾ ਗਿਆ ਅਸਲ ਦੇ ਵਿੱਚ ਉਹ ਨਸ਼ਾ ਮੁਕਤੀ ਕੇਂਦਰ ਹੈ ਨਹੀਂ ਸੀ, ਨਾ ਹੀ ਉਹ ਰਜਿਸਟਰਡ ਸੀ, ਨਾ ਹੀ ਉਹ ਆਥੋਰਾਈਜ਼ਡ ਸੀ, ਨਾ ਹੀ ਉੱਥੇ ਕੋਈ ਡਾਕਟਰ ਸੀ। ਔਰ ਦੂਜੇ ਸ਼ਬਦਾਂ ਦੇ ਵਿੱਚ ਤਾਂ ਉਹ ਇੱਕ ਫਰਜ਼ੀ ਨਸ਼ਾ ਛਡਾਊ ਕੇਂਦਰ ਸੀ। ਪਰ ਕਿਉਂਕਿ ਉੱਥੇ ਨੌਜਵਾਨਾਂ ਨੂੰ ਬੁਲਾਇਆ ਜਾਂਦਾ ਸੀ, ਉੱਥੇ ਉਹ ਰਹਿੰਦੇ ਸੀ, ਉਹਨਾਂ ਨੂੰ ਜਿਹੜੀ ਮਾੜੀ ਮੋਟੀ ਦਵਾਈ ਹੁੰਦੀ ਹੈ, ਜਿਵੇਂ ਉਹ ਨੌਜਵਾਨ ਦੱਸ ਰਿਹਾ ਸੀ ਕਿ ਮੈਂ ਡੀ ਫਾਰਮੇਸੀ ਕੀਤੀ ਸੀ ਤੇ ਮੈਂ ਮਾੜੀ ਮੋਟੀ ਦਵਾਈ ਦੇ ਦਿੰਦਾ ਸੀ। ਇੱਕ ਵਾਰੀ ਤੁਹਾਨੂੰ ਉਸ ਨੌਜਵਾਨ ਦਾ ਫਿਰ ਬਿਆਨ ਸੁਣਾਉਣੇ ਆ ਕੀ ਕੁਝ ਉਸ ਨੌਜਵਾਨ ਵੱਲੋਂ ਕਿਹਾ ਗਿਆ, ਕੀ ਕੁਝ ਉਸ ਵੱਲੋਂ ਖੁਲਾਸਾ ਕੀਤਾ ਗਿਆ। ਉਹ ਜਿਹੜੀ ਗੱਲ ਰਾਜੀਵ ਦੇ ਨਾਲ ਗੱਲਬਾਤ ਹੋਈ ਸੀ ਜਾਂ ਜਿਵੇਂ ਰਾਜੀਵ ਦੱਸ ਰਹੇ ਨੇ ਉਹ ਗੱਲਾਂ ਉਸ ਨੌਜਵਾਨ ਵੱਲੋਂ ਕੀਤੀਆਂ ਗਈਆਂ ਕਿ ਮੈਨੂੰ ਖਾਲਸਾ ਵਹੀਰ ਦੇ ਦੌਰਾਨ ਮੁਲਾਕਾਤ ਹੋਈ। ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੇਰਾ ਪ੍ਰੋਫੈਸ਼ਨ ਕੀ ਹੈ ਤਾਂ ਉਸਨੇ ਦੱਸਿਆ ਕਿ ਮੈਂ ਡੀ ਫਾਰਮੇਸੀ ਕੀਤੀ ਹੋਈ ਹੈ। ਡੀ ਫਾਰਮੇਸੀ ਦਾ ਮਤਲਬ ਹੈ ਜਿਹੜੇ ਨੌਜਵਾਨ ਮੈਡੀਕਲ ਸਟੋਰ ਦਾ ਲਾਇਸੈਂਸ ਲੈਂਦੇ ਨੇ ਉਹ ਡੀ ਫਾਰਮੇਸੀ ਉਹਨਾਂ ਦੇ ਕੋਲ ਕੀਤੀ ਹੋਣੀ ਜ਼ਰੂਰੀ ਹੈ, ਤਾਂ ਹੀ ਤੁਹਾਨੂੰ ਮੈਡੀਕਲ ਸ਼ਾਪ ਦਾ ਲਾਇਸੈਂਸ ਮਿਲਦਾ ਹੈ। ਤਾਂ ਉਹ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਕਦੇ ਜੇ ਛੋਟਾ ਮੋਟਾ ਬੁਖਾਰ ਹੁੰਦਾ ਜਾਂ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮੈਡੀਕਲ ਸਟੋਰ ਤੇ ਚਲੇ ਜਾਂਦੇ ਨੇ ਦਵਾਈ ਲੈਣ ਦੇ ਲਈ। ਸੋ ਇਹੀ ਇਸ ਨੌਜਵਾਨ ਦੀ ਇੰਨੀ ਕੁ ਆਥੋਰਾਈਜੇਸ਼ਨ ਸੀ ਜਿਸ ਨੂੰ ਨਸ਼ਾ ਮੁਕਤੀ ਕੇਂਦਰ ਦਾ ਇੱਕ ਤਰੀਕੇ ਨਾਲ ਇੰਚਾਰਜ ਬਣਾ ਦਿੱਤਾ ਗਿਆ। ਔਰ ਉਹ ਨੌਜਵਾਨ ਵਾਰ-ਵਾਰ ਕਹਿ ਰਿਹਾ ਕਿ ਮੇਰੇ ਕੋਲੇ ਕੋਈ ਐਸੀ ਆਥੋਰਾਈਜ਼ਡ ਨਹੀਂ ਸੀ ਆਥੋਰਾਈਜੇਸ਼ਨ ਕਿ ਮੈਂ ਉੱਥੇ ਨਸ਼ਾ ਮੁਕਤੀ ਕੇਂਦਰ ਚਲਾ ਸਕਦਾ ਜਾਂ ਕੋਈ ਐਸਾ ਨਸ਼ਾ ਮੁਕਤੀ ਕੇਂਦਰ ਸੀ। ਦਰਅਸਲ ਇਸ ਨੌਜਵਾਨ ਦੇ ਬਿਆਨ ਦੇ ਮੁਤਾਬਕ ਨਸ਼ਾ ਮੁਕਤੀ ਕੇਂਦਰ ਕੋਈ ਹੈ ਹੀ ਨਹੀਂ ਸੀ, ਸਿਰਫ ਨੌਜਵਾਨਾਂ ਨੂੰ ਉੱਥੇ ਇਕੱਠੇ ਕੀਤਾ ਜਾਂਦਾ ਸੀ। ਉਹ ਨੌਜਵਾਨ ਉੱਥੇ ਰਹਿੰਦੇ ਸੀ, ਉੱਥੇ ਸੇਵਾ ਕਰਦੇ ਸੀ ਤੇ ਜਿਹੜੀ ਮਾੜੀ ਮੋਟੀ ਦਵਾਈ ਸੀ ਉਹ ਉਹਨਾਂ ਨੌਜਵਾਨਾਂ ਨੂੰ ਦੇ ਦਿੱਤੀ ਜਾਂਦੀ ਸੀ। ਇਸ ਨੌਜਵਾਨ ਦੇ ਦੱਸਣ ਮੁਤਾਬਕ ਬਹੁਤ ਸਾਰੇ ਨੌਜਵਾਨ ਉੱਥੋਂ ਵਾਪਸ ਚਲੇ ਗਏ, ਕੋਈ 15 ਦਿਨ ਰਿਹਾ, ਕੋਈ ਮਹੀਨਾ ਰਿਹਾ, ਉਸ ਤੋਂ ਬਾਅਦ ਉਹ ਵਾਪਸ ਚਲੇ ਗਏ। ਕੁਝ 2-4 ਕੁਝ ਐਸੇ ਸੀ ਨੌਜਵਾਨ ਜਿਨ੍ਹਾਂ ਨੇ ਉੱਥੇ ਅੰਮ੍ਰਿਤ ਛਕਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਨਸ਼ਾ ਛੱਡਿਆ। ਜਿੰਨੇ ਦਿਨ ਉਹ ਉੱਥੇ ਰਹੇ ਇਹ ਗੱਲ ਉਸ ਨੌਜਵਾਨ ਨੇ ਕਹੀ ਹੈ। ਇੱਕ ਵਾਰੀ ਫਿਰ ਸੁਣਾ ਦਿੰਨੇ ਆ ਕੀ ਕੁਝ ਉਸ ਨੌਜਵਾਨ ਨੇ ਖੁਲਾਸੇ ਕੀਤੇ।
ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਇਸ ਵੇਲੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ। ਪਰ ਜਦੋਂ ਵੀ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਹੁੰਦਾ ਤਾਂ ਇਹ ਕਿਹਾ ਜਾਂਦਾ ਕਿ ਉਹ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਦਾ ਸੀ ਔਰ ਸਭ ਤੋਂ ਵੱਡਾ ਦਾਅਵਾ ਕੀਤਾ ਜਾਂਦਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾਂਦਾ ਸੀ। ਪਿੰਡ ਦੇ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਵੀ ਚੱਲਦਾ ਸੀ, ਪਰ ਉਸ ਨਸ਼ਾ ਛਡਾਊ ਕੇਂਦਰ ਦੀ ਅਸਲ ਸੱਚਾਈ ਕੀ ਹੈ? ਕਿ ਸੱਚਮੁੱਚ ਉੱਥੇ ਲੋਕ ਨਸ਼ਾ ਛੱਡਣ ਦੇ ਲਈ ਆਉਂਦੇ ਸੀ? ਕੀ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਜੋ ਪ੍ਰਬੰਧ ਹੋਣੇ ਚਾਹੀਦੇ ਨੇ ਕੀ ਉਹ ਪ੍ਰਬੰਧ ਸਨ? ਮੇਰੇ ਨਾਲ ਇੱਕ ਨੌਜਵਾਨ ਹੈ ਜੋ ਕਿ ਕਾਫੀ ਸਮਾਂ ਉਸ ਨਸ਼ਾ ਛਡਾਊ ਕੇਂਦਰ ਔਰ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਦੇ ਨਾਲ ਜੁੜਿਆ ਰਿਹਾ। ਉੱਥੋਂ ਜਾਣਦੇ ਆ, ਤੁਸੀਂ ਇਹ ਦੱਸੋ ਕਿੰਨੀ ਦੇਰ ਤੁਸੀਂ ਉੱਥੇ ਜੁੜੇ ਰਹੇ ਔਰ ਕੀ ਤੁਸੀਂ ਨਸ਼ਾ ਛਡਾਊ ਕੇਂਦਰ ਬਾਰੇ ਤੁਹਾਨੂੰ ਜਾਣਕਾਰੀ ਹੈ? ਤੁਸੀਂ ਉਸ ਚੀਜ਼ ਦੀ ਪੜ੍ਹਾਈ ਕੀਤੀ ਹੈ ਕਿ ਤੁਸੀਂ ਕਿਸੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਮਰੀਜ਼ਾਂ ਨੂੰ ਦਵਾਈ ਦੇ ਸਕੋ? ਸਰ ਮੈਂ ਡੀ ਫਾਰਮੇਸੀ ਕੀਤੀ ਆ, ਜਿਹਦੇ ਵਿੱਚ ਅਸੀਂ ਬਸ ਮਤਲਬ ਜਿੱਦਾਂ ਮੈਡੀਕਲ ਸਟੋਰ ਚਲਾ ਸਕਦੇ ਆ ਜਾਂ ਫਿਰ ਜਾਂ ਕੋਈ ਮਤਲਬ ਫੀਵਰ ਦਾ ਪੇਸ਼ੈਂਟ ਆ ਗਿਆ ਜਾਂ ਕੋਈ ਲੂਜ਼ ਮੋਸ਼ਨ ਵਗੈਰਾ ਵਾਲੇ ਆ ਗਏ ਬੇਸਿਕ ਮੈਡੀਸਿਨ ਦੇ, ਤੇ ਅਸੀਂ ਉਹਨਾਂ ਨੂੰ ਮੈਡੀਸਿਨ ਦੇ ਸਕਦੇ ਆ। ਅਸੀਂ ਨਸ਼ਾ ਛਡਾਊ ਵਾਲੇ ਜਿਹੜੇ ਹੁੰਦੇ ਆ ਉਹ ਪ੍ਰੋਫੈਸ਼ਨਲ ਡਾਕਟਰ ਹੁੰਦੇ ਆ, ਅਸੀਂ ਉਹਨਾਂ ਨੂੰ ਮੈਡੀਸਿਨ ਨਹੀਂ ਦੇ ਸਕਦੇ। ਪਰ ਫਿਰ ਕੀ ਉੱਥੇ ਜਿਹੜੇ ਨੌਜਵਾਨ ਸੀ ਉਹਨਾਂ ਦੇ ਲਈ ਕੋਈ ਪ੍ਰਬੰਧ ਨਹੀਂ ਸੀ ਕਿ ਵਾਕਈ ਜੋ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜੇ ਡਾਕਟਰ ਜਾਂ ਸਟਾਫ ਜਾਂ ਜਿਸ ਤਰ੍ਹਾਂ ਕਾਉਂਸਲਿੰਗ ਕੀਤੀ ਜਾਂਦੀ ਉਹ ਚੀਜ਼ਾਂ ਸਨ ਉੱਥੇ? ਨਹੀਂ, ਉੱਥੇ ਨਸ਼ਾ ਛਡਾਊ ਜਿੱਦਾਂ ਡੀਡਿਕਸ਼ਨ ਸੈਂਟਰ ਦੇ ਵਿੱਚ ਹੁੰਦੇ ਆ ਨਾ ਸਾਰਾ ਕੁਝ, ਉਵੇਂ ਫੈਸਿਲਿਟੀਆਂ ਨਹੀਂ ਸੀ ਹੈਗੀਆਂ ਉੱਥੇ। ਉੱਥੇ ਸਿਰਫ ਮਤਲਬ ਜਿਵੇਂ ਕਹਿ ਦੋ ਵੀ ਜਿੰਨੇ ਕੁ ਨੌਜਵਾਨ ਆਉਂਦੇ ਸੀਗੇ ਉਹਨੇ ਕੀ ਵਾਪਸ ਮਤਲਬ ਫਿਰ ਚਲ ਜਾਂਦੇ ਸੀ। ਜਿਵੇਂ ਜ਼ਿਆਦਾ ਪਪੂਲਰੀ ਹੋ ਗਈ ਸੀ ਹਨਾ, ਤੇ ਉਹ ਜ਼ਿਆਦਾ ਹੀ ਆਈ ਜਾਂਦੇ ਸੀ। ਜਿਵੇਂ ਯਾਨੀ ਕਿ ਜਿਹੜੀਆਂ ਉਹਨਾਂ ਦੀਆਂ ਸਪੀਚਾਂ ਜਾਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਲੱਗਦਾ ਸੀ ਕਿ ਉੱਥੇ ਨੌਜਵਾਨਾਂ ਦਾ ਨਸ਼ਾ ਛੁਡਾਇਆ ਜਾਂਦਾ ਤਾਂ ਲੋਕ ਆਪਣੇ ਆਪਣੇ ਨੌਜਵਾਨ ਪੁੱਤਾਂ ਨੂੰ ਉੱਥੇ ਛੱਡ ਜਾਂਦੇ ਸੀ, ਪਰ ਬਾਅਦ ਦੇ ਵਿੱਚ ਕੀ ਉਹਦਾ ਰਿਜ਼ਲਟ ਨਿਕਲਦਾ ਸੀ? ਨਸ਼ਾ ਛੱਡਦੇ ਸੀ ਜਾਂ ਨਹੀਂ? ਮਤਲਬ ਤੁਸੀਂ ਕਹਿ ਲਓ ਵੀ ਨਹੀਂ ਸੀ ਛੱਡਦੇ ਇੱਕ ਹਿਸਾਬ ਦੇ, ਜਿੱਦਾਂ ਕਹਿ ਦਈਏ ਕੁਝ ਇੱਕ ਦੋ ਜਣੇ ਜਿੱਦਾਂ ਛੱਡ ਗਏ ਉਹ ਵੀ ਗੁਰੂ ਦੇ ਲੜ ਲੱਗ ਕੇ। ਬਾਕੀ ਮਤਲਬ ਆਪਾਂ ਕਹਿ ਦਈਏ ਵੀ 90% ਲੋਕ ਵਾਪਸ ਹੀ ਮੁੜ ਜਾਂਦੇ ਸੀ। ਯਾਨੀ ਕਿ ਜੇਕਰ ਕਹੀਏ ਕਿ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਗੁਰੂ ਨੇ ਮਿਹਰ ਪਈ ਉਹ ਜ਼ਰੂਰ ਛੱਡਦਾ ਸੀ, ਪਰ ਉੱਥੇ ਪ੍ਰੋਪਰ ਪਰ ਤੁਸੀਂ ਤੁਹਾਡੇ ਕੋਲ ਕੋਈ ਡਿਗਰੀ ਨਹੀਂ, ਤੁਸੀਂ ਉਸ ਚੀਜ਼ ਦੀ ਕੋਈ ਪੜ੍ਹਾਈ ਨਹੀਂ ਕੀਤੀ, ਫਿਰ ਤੁਸੀਂ ਕਿੱਦਾਂ ਉੱਥੇ ਜਾ ਕੇ ਮੈਡੀਸਿਨ ਦਿੰਦੇ ਸੀ? ਨਹੀਂ, ਮੈਂ ਸਿਰਫ ਮੈਡੀਸਿਨ ਜਿਵੇਂ ਕਿਸੇ ਨੂੰ ਫੀਵਰ ਸੀਗਾ ਜਾਂ ਬਲੱਡ ਪ੍ਰੈਸ਼ਰ ਡਾਊਨ ਹੋ ਗਿਆ ਜਾਂ ਉਹਦਾ ਵੱਧ ਗਿਆ, ਬਸ ਮੈਂ ਉਹਨਾਂ ਨੂੰ ਉਹ ਮੈਡੀਸਿਨ ਦਿੰਦਾ ਸੀ। ਦੂਜੀ ਜਿਹੜੀ ਡੀ ਐਡਿਕਸ਼ਨ ਸੈਂਟਰਾਂ ਵਿੱਚ ਮੈਡੀਸਿਨ ਦਿੰਦੇ ਨਾ, ਉਹ ਮੈਡੀਸਿਨ ਨਹੀਂ ਮੈਂ ਉੱਥੇ ਦਿੱਤੀ ਤੇ ਨਾ ਹੀ ਮੈਂ ਦੇ ਸਕਦਾ ਤੇ ਨਾ ਹੀ ਮੇਰੇ ਕੋਲ ਉਹ ਅਵੇਲੇਬਲ ਹੁੰਦੀ ਹੈ। ਹਾਂਜੀ, ਮੈਨੂੰ ਜਿੱਦਾਂ ਇਹ ਮਤਲਬ ਮੈਨੂੰ ਇਹਨਾਂ ਨੇ ਜਦੋਂ ਮੈਂ ਹਾਇਰ ਕੀਤਾ ਸੀ ਮਿਲੇ ਸੀ ਇਹਨਾਂ ਨੇ ਮੈਂ ਇਹਨਾਂ ਨੂੰ ਪਹਿਲਾਂ ਕਿਹਾ ਸੀ ਕਿ ਮੇਰੇ ਕੋਲ ਨਸ਼ੇ ਛੱਡਣ ਵਾਲੀ ਜਿਹੜੀ ਮੈਡੀਸਿਨ ਆ ਉਹ ਸਿਰਫ ਡੀ ਐਡਿਕਸ਼ਨ ਸੈਂਟਰ 'ਚ ਹੀ ਮਿਲ ਸਕਦੀ ਆ ਤੇ ਉਹ ਆਪਣੇ ਕੋਲ ਅਵੇਲੇਬਲ ਨਹੀਂ ਹੁੰਦੀਆਂ। ਪਰ ਤੁਹਾਨੂੰ ਰੱਖਿਆ ਸਪੈਸ਼ਲੀ ਉਸੇ ਲਈ ਹੀ ਨਾ ਜਿੱਥੇ ਨੌਜਵਾਨ ਨਸ਼ਾ ਛੱਡਣ ਦੇ ਲਈ ਆਉਂਦੇ ਨੇ? ਹਾਂਜੀ ਬਿਲਕੁਲ ਜੀ, ਮਤਲਬ ਮੈਨੂੰ ਉਸੇ ਲਈ ਰੱਖਿਆ ਸੀ। ਮੈਂ ਘੱਟੋ ਘੱਟ ਉੱਥੇ ਮਹੀਨਾ ਲਾ ਕੇ ਰੱਖੋ ਦੀ, ਮਹੀਨਾ ਇੱਕ ਮੈਂ ਵਿੱਚ ਜਾਂਦਾ ਰਿਹਾ, ਮਤਲਬ 10 ਵਾਰੀ ਗਿਆ ਹੂੰਗਾ ਇੱਕ ਮਹੀਨੇ ਦੇ ਵਿੱਚ ਮੈਂ। ਤੁਹਾਡੇ ਤੋਂ ਇਲਾਵਾ ਕੋਈ ਹੋਰ ਵੀ ਉੱਥੇ ਕੋਈ ਸਟਾਫ ਜਾਂ ਕੋਈ ਡਾਕਟਰ ਜਾਂ ਕੋਈ ਐਸਾ ਪ੍ਰਬੰਧ ਸੀ ਜਿਹੜਾ ਕਿ ਡਾਕਟਰੀ ਪੇਸ਼ੇ ਦੇ ਨਾਲ ਕੋਈ ਸ਼ਖਸ ਜੁੜਿਆ ਹੋਵੇ? ਨਹੀਂ, ਉੱਥੇ ਇਦਾਂ ਦਾ ਤਾਂ ਮਤਲਬ ਕੋਈ ਹੈ ਨਹੀਂ ਸੀ ਜਿੱਦਾਂ ਪੱਕੇ ਕਹਿ ਦਈਏ ਨਾ ਆਪਾਂ ਕੋਈ ਉੱਥੇ ਪ੍ਰੋਫੈਸ਼ਨਲ ਡਾਕਟਰ ਰਹਿੰਦਾ ਹੋਵੇ ਜਾਂ ਉੱਥੇ ਕਰਦਾ, ਉਹ ਉਵੇਂ ਦਾ ਕੁਝ ਨਹੀਂ ਸੋਚਿਆ। ਫਿਰ ਕੁੱਲ ਮਿਲਾ ਕੇ ਕੀ ਸਮਝਿਆ ਜਾਵੇ ਜਿਹੜਾ ਕਿਹਾ ਜਾਂਦਾ ਸੀ ਕਿ ਨੌਜਵਾਨਾਂ ਨੂੰ ਨਸ਼ਾ ਛੁਡਵਾਇਆ ਜਾਂਦਾ, ਇਹ ਸੱਚ ਸੀ ਜਾਂ ਝੂਠ ਸੀ ਜਾਂ ਉੱਥੇ ਸੱਚਮੁੱਚ ਕੋਈ ਇਦਾਂ ਦਾ ਪ੍ਰਬੰਧ ਨਹੀਂ ਸੀ? ਮਤਲਬ ਪ੍ਰਬੰਧ ਤਾਂ ਉੱਥੇ ਜਿਵੇਂ ਨਸ਼ਾ ਛਡਾਊ ਵਾਲਾ ਜਿਹੜਾ ਡੀ ਐਡਿਕਸ਼ਨ ਸੈਂਟਰ 'ਚ ਹੁੰਦਾ ਉਵੇਂ ਦਾ ਪ੍ਰਬੰਧ ਉੱਥੇ ਕੁਝ ਨਹੀਂ ਸੀ ਹੈਗਾ। ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਤੁਸੀਂ ਲਾ ਲਓ ਵੀ ਜੇ 100 ਬੰਦਾ ਆ ਗਿਆ ਤੇ ਉਹਦੇ ਵਿੱਚੋਂ ਮਸਾ ਹੀ 10-5 ਜਾਣੇ ਛੱਡ ਜਾਂਦੇ ਸੀ, ਉਹ ਵੀ ਗੁਰੂ ਦੇ ਲੜ ਲੱਗ ਕੇ। ਬਾਕੀ 90% ਉਦਾਂ ਹੀ ਵਾਪਸ ਜਾਂਦੇ ਸੀ ਤੇ ਬਾਕੀ ਇਦਾਂ ਦੀ ਕੋਈ ਟੈਬਲੇਟ ਜਾਂ ਕੁਝ ਹੁੰਦਾ ਉਹ ਵੀ ਨਹੀਂ ਬਣਿਆ ਹੁੰਦਾ ਜਿਹੜਾ ਕਿਸੇ ਨੂੰ ਨਸ਼ਾ ਛਡਾ ਲੇ। ਜੇਕਰ ਅਸੀਂ ਆਮ ਤੌਰ ਤੇ ਨਸ਼ਾ ਛਡਾਊ ਕੇਂਦਰ ਦੀ ਗੱਲ ਕਰੀਏ ਤਾਂ ਉੱਥੇ ਬਕਾਇਦਾ ਤੌਰ ਤੇ ਸਟਾਫ ਹੁੰਦਾ ਜਿਹੜਾ ਕਾਉਂਸਲਿੰਗ ਕਰਦਾ ਹੈ, ਇੱਕ ਸਟਾਫ ਹੁੰਦਾ ਜਿਹੜਾ ਮੈਡੀਸਿਨ ਦਿੰਦਾ, ਪਰ ਇੱਥੇ ਸਿਰਫ ਤੁਹਾਡੇ ਸਿਰ ਦੇ ਉੱਤੇ ਸਾਰਾ ਨਸ਼ਾ ਛਡਾਊ ਕੇਂਦਰ ਸੁੱਟਿਆ ਸੀ ਕਿ ਤੁਸੀਂ ਜੋ ਦਵਾਈ ਕਹੋਗੇ ਉਹੀ ਉਹਨਾਂ ਨੂੰ ਦੇ ਦਿੱਤੀ ਜਾਊਗੀ? ਮਤਲਬ ਮੇਰੇ ਸਿਰ ਤੇ ਮੈਨੂੰ ਤਾਂ ਸਿਰਫ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਕੋਈ ਉਦਾਂ ਨਾਰਮਲੀ ਬਿਮਾਰ ਹੋ ਜਾਂਦਾ ਤੁਸੀਂ ਉਹਦੀ ਮੈਡੀਸਿਨ ਦੇਣੀ ਆ ਉਹਨੂੰ। ਨਸ਼ਾ ਛਡਾਊ ਵਾਲੀ ਤਾਂ ਮੈਂ ਉਹਨਾਂ ਨੂੰ ਪਹਿਲਾਂ ਹੀ ਕਲੀਅਰ ਕਰਤਾ ਸੀਗਾ ਵੀ ਉਹ ਕਿਸੇ ਮੈਡੀਕਲ ਸਟੋਰ ਤੇ ਉਪਲਬਧ ਨਹੀਂ ਹੁੰਦੀ ਤੇ ਨਾ ਹੀ ਉਹ ਮੈਡੀਸਿਨ ਮਤਲਬ ਉਸ ਡੀ ਐਡਿਕਸ਼ਨ ਸੈਂਟਰ ਦੀ ਸਿਰਫ ਹੁੰਦੀ ਆ। ਹਾਂਜੀ, ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਨੌਜਵਾਨ ਉੱਥੇ ਵੀ ਆਉਂਦੇ ਸੀ, ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਏ ਨੇ ਉਹ ਵੀ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਸੀ। ਹੋ ਸਕਦਾ ਜੀ, ਜਿਵੇਂ ਕੋਈ ਉੱਥੇ ਮਤਲਬ ਆਏ ਹੋਣ ਨਸ਼ਾ ਛੱਡਣ ਵਾਲੇ ਤੇ ਉੱਥੇ ਮਤਲਬ ਕਹਿ ਗਏ ਹੁਣ 10 ਦਿਨ ਰਹਿ ਗਏ, ਹੁਣ 10 ਦਿਨ ਛੱਡਿਆ ਰਿਹਾ ਹੋਵੇ ਉਹਨਾਂ ਨੇ ਤੇ ਘਰ ਗਏ ਹੋਣ ਤੇ ਘਰ ਜਾ ਕੇ ਫੇਰ ਸ਼ੁਰੂ ਹੋ ਗਏ ਹੁਣ ਇਦਾਂ ਦੇ ਨੌਜਵਾਨ। ਮਤਲਬ ਕਿਉਂਕਿ ਇਹ ਤਾਂ ਗੁਰੂ ਸਾਹਿਬ ਕਿਤੇ ਕਿਰਪਾ ਕਰਨ ਕਿਸੇ ਤੇ ਜਾਂ ਆਪਣਾ ਮਨ ਹੋਵੇ ਤੇ ਉਹ ਬੰਦਾ ਛੱਡ ਸਕਦਾ ਵਾ। ਬਾਕੀ ਤੁਹਾਨੂੰ ਜਿਹੜੀ ਉੱਥੇ ਤੁਸੀਂ ਸਰਵਿਸ ਦਿੰਦੇ ਸੀ ਉਹਦੇ ਬਦਲੇ ਤੁਹਾਨੂੰ ਪੈਸੇ ਮਿਲਦੇ ਸੀ? ਹਾਂਜੀ ਬਿਲਕੁਲ ਜੀ, ਜਿੰਨੀ ਮੇਰੀ ਮੈਡੀਸਨ ਉੱਥੇ ਜਾਂਦੀ ਸੀ ਮੈਨੂੰ ਉਹਦੇ ਉਨੇ ਪੈਸੇ ਮਿਲਦੇ ਸੀਗੇ। ਹਾਂਜੀ।
ਤੇ ਪਰ ਇੱਕ ਆਖਰੀ ਸਵਾਲ ਪੁੱਛਣ ਲੱਗਾ, ਤੁਸੀਂ ਇੱਕ ਆਮ ਸਧਾਰਨ ਪਰਿਵਾਰ ਤੋਂ ਬਿਲੋਂਗ ਕਰਦੇ ਹੋ, ਪਰ ਤੁਹਾਨੂੰ ਕਿੰਨੇ ਦੱਸਿਆ ਕਿ ਉੱਥੇ ਉਹਨਾਂ ਦੇ ਨਾਲ ਮਿਲੋ ਜਾ ਕੇ ਔਰ ਨਸ਼ਾ ਛਡਾਊ ਕੇਂਦਰ ਦੇ ਵਿੱਚ ਇਸ ਤਰੀਕੇ ਦੇ ਨਾਲ ਮਰੀਜ਼ਾਂ ਨੂੰ ਤੁਸੀਂ ਦਵਾਈ ਦਿਓ? ਸਾਡੇ ਨਾ ਜੀ ਪਿੰਡ ਦੇ ਕੋਲ ਜਦੋਂ ਵਹੀਰ ਚੱਲੀ ਸੀ, ਸਾਡੇ ਪਿੰਡ ਦੇ ਕੋਲ ਆਈ ਸੀ ਉਦੋਂ ਵਹੀਰ, ਤੇ ਅਸੀਂ ਵੀ ਸਾਰੇ ਪਿੰਡ ਦੇ ਨੌਜਵਾਨ ਮਤਲਬ ਉੱਥੇ ਗਏ ਸੀ। ਉੱਥੇ ਉਹਨਾਂ ਨਾਲ ਮੁਲਾਕਾਤ ਹੋਈ। ਉੱਥੇ ਉਹਨਾਂ ਨੇ ਫਿਰ ਮੈਨੂੰ ਪੁੱਛਿਆ ਸੀ ਵੀ ਤੁਸੀਂ, ਤੁਹਾਡਾ ਕੀ ਕੰਮ ਆ, ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਮੈਂ ਸਟੋਰ ਤੇ ਆ ਜੀ, ਮੇਰਾ ਮੈਡੀਕਲ ਸਟੋਰ ਕੰਮ ਹੈ ਜੀ ਉੱਥੇ। ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਉੱਥੇ ਮੈਡੀਸਨ ਦੇਣ ਆ ਜਾ ਕਰਿਓ, ਤੇ ਮੈਂ ਉਹਨਾਂ ਨੂੰ ਕਿਹਾ ਵੀ ਕਿ ਮੈਂ ਕਿਹਾ ਮੈਨੂੰ ਮਤਲਬ ਥੋੜਾ ਦੂਰ ਪੈਂਦਾ, ਤੇ ਕਹਿੰਦੇ ਨਹੀਂ ਤੁਹਾਨੂੰ ਪ੍ਰੋਪਰ ਇਹਦੇ ਪੈਸੇ ਦਿਆ ਕਰਾਂਗੇ ਅਸੀਂ, ਤੇ ਨਸ਼ਾ ਛੱਡਣ ਵਾਲਿਆਂ ਨੂੰ ਮਤਲਬ ਉਹਨਾਂ ਮੁੰਡਿਆਂ ਨੂੰ ਦੇਣੀ। ਮੈਂ ਉਹਨਾਂ ਨੂੰ ਕਿਹਾ, ਉਦੋਂ ਕਲੀਅਰ ਕਰਤਾ ਸੀ ਕਿ ਮਤਲਬ ਨਸ਼ੇ ਛੱਡਣ ਵਾਲਿਆਂ ਦੀ ਜਿਹੜੀ ਮੈਡੀਸਨ ਆ ਉਹ ਸਿਰਫ ਡੀ ਐਡਿਕਸ਼ਨ ਸੈਂਟਰ 'ਚ ਹੀ ਮਿਲ ਸਕਦੀ ਆ। ਮੈਂ ਨਾਰਮਲ ਮੈਡੀਸਨ ਦੇ ਸਕਦਾ, ਜੇ ਕਿਸੇ ਨੂੰ ਬੁਖਾਰ ਹੋ ਗਿਆ ਜਾਂ ਜਿਵੇਂ ਨਾਰਮਲ ਪ੍ਰੈਕਟਿਸ ਵਿੱਚ ਬੇਸਿਕ ਵਿੱਚ ਜੋ ਵੀ ਮਿਲ ਦੇ ਸਕਦੇ ਆ, ਬਸ ਮੈਂ ਉਹ ਹੀ ਮੈਡੀਸਨ ਉੱਥੇ ਉਹਨਾਂ ਨੂੰ ਦੇ ਕੇ ਆਉਂਦਾ ਰਿਹਾ ਜੀ। ਵੈਸੇ ਤੁਸੀਂ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ, ਤੁਸੀਂ ਕੀ ਪੜ੍ਹਾਈ ਕੀਤੀ? ਮੈਂ ਡੀ ਫਾਰਮੇਸੀ ਕੀਤੀ ਹੈ ਜੀ, ਤੇ ਹੁਣ ਮੈਂ ਮਤਲਬ ਉੱਥੇ ਪਿੰਡ ਦੇ ਵਿੱਚ ਪ੍ਰੈਕਟਿਸ ਕਰਦਾ ਜੀ। ਤਾਂ ਇਹ ਉਹ ਨੌਜਵਾਨ ਹੈ ਜਿਨੇ ਕਿ ਡੀ ਫਾਰਮੇਸੀ ਕੀਤੀ ਹੈ, ਔਰ ਇੱਕ ਦਿਨ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ ਸੰਪਰਕ ਦੇ ਵਿੱਚ ਆਉਂਦਾ ਹੈ, ਔਰ ਬਾਅਦ ਦੇ ਵਿੱਚ ਇਸ ਨੂੰ ਇਹ ਡਿਊਟੀ ਦਿੱਤੀ ਜਾਂਦੀ ਹੈ ਕਿ ਜਿੰਨੇ ਵੀ ਨੌਜਵਾਨ ਉੱਥੇ ਨਸ਼ਾ ਛੱਡਣ ਦੇ ਲਈ ਆਉਂਦੇ ਨੇ ਉਹਨਾਂ ਨੂੰ ਜਿਹੜੀ ਦਵਾਈ ਹੈ ਉਹ ਦਿੱਤੀ ਜਾਣੀ। ਹਾਲਾਂਕਿ ਉਸ ਬਦਲੇ ਇਸ ਨੌਜਵਾਨ ਨੂੰ ਪੈਸੇ ਵੀ ਦਿੱਤੇ ਜਾਂਦੇ ਸੀ, ਪਰ ਸਿੱਧੇ ਤੌਰ ਤੇ ਜੇਕਰ ਕਹੀਏ ਕਿ ਜੋ ਪ੍ਰਬੰਧ ਇੱਕ ਡੀ ਐਡਿਕਸ਼ਨ ਸੈਂਟਰ ਜਾਂ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਹੋਣੇ ਚਾਹੀਦੇ ਨੇ, ਵੈਸੇ ਪ੍ਰਬੰਧ ਉਸ ਥਾਂ ਤੇ ਨਹੀਂ ਸਨ। ਪਰ ਹਾਂ, ਕੁਝ ਨੌਜਵਾਨ ਜ਼ਰੂਰ ਜਿਹੜੇ ਗੁਰੂ ਦੇ ਲੜ ਲੱਗਦੇ ਸੀ, ਗੁਰਬਾਣੀ ਦੇ ਨਾਲ ਜੁੜਦੇ ਸੀ, ਉਹ ਜ਼ਰੂਰ ਨਸ਼ਾ ਛੱਡਣ ਦੇ ਵਿੱਚ ਕਾਮਯਾਬ ਹੋਏ, ਪਰ ਬਹੁਤ ਸਾਰੇ ਨੌਜਵਾਨ ਐਸੇ ਸੀ ਜਿਹੜੇ ਨਸ਼ੇ ਦੇ ਪੀੜਤ ਸਨ, ਉੱਥੇ ਆਏ ਵੀ, ਔਰ ਇਸੇ ਤਰੀਕੇ ਦਾ ਸਿਲਸਿਲਾ ਜੋ ਹੈ ਉਹ ਚੱਲਦਾ ਰਹਿੰਦਾ ਸੀ। ਜਿਸ ਤਰੀਕੇ ਦੇ ਨਾਲ ਲੋਕ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਵਿੱਚ ਪ੍ਰਚਾਰ ਸੁਣਦੇ ਸੀ, ਤਾਂ ਮਾਪਿਓ ਆਪਣੇ ਨੌਜਵਾਨ ਪੁੱਤਰਾਂ ਨੂੰ ਉੱਥੇ ਭੇਜਦੇ ਜ਼ਰੂਰ ਸੀ। ਪਰ ਕੀ ਸਾਰੇ ਨੌਜਵਾਨ ਨਸ਼ੇ ਤੋਂ ਦੂਰ ਹੋਏ ਜਾਂ ਨਹੀਂ? ਉਹ ਇਸ ਨੌਜਵਾਨ ਦਾ ਜਿਸ ਤਰੀਕੇ ਦਾ ਦਾਅਵਾ ਹੈ ਕਿ ਉੱਥੇ ਪ੍ਰਬੰਧ ਕਿਸ ਤਰੀਕੇ ਤੇ ਸੀ, ਤਾਂ ਉਸ ਤੋਂ ਸਾਫ਼ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਡੀ ਐਡਿਕਸ਼ਨ ਸੈਂਟਰ ਜਾਂ ਨਸ਼ਾ ਛਡਾਊ ਕੇਂਦਰ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਸਨ ਉਹ ਕਿੰਨੇ ਕੁ ਸਹੀ ਨੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ। ਤਾਂ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਨਸ਼ਾ ਛਡਾਊ ਕੇਂਦਰ ਦੇ ਜਾਂ ਨਸ਼ਾ ਮੁਕਤੀ ਕੇਂਦਰ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਉਹ ਕਿੰਨੇ ਕੁ ਸਹੀ ਨੇ, ਕਿਉਂਕਿ ਜਦੋਂ ਅਸੀਂ ਕਿਸੇ ਵੀ ਨਸ਼ਾ ਛਡਾਊ ਕੇਂਦਰ ਦਾ ਜ਼ਿਕਰ ਕਰਦੇ ਆ, ਡੀ ਐਡਿਕਸ਼ਨ ਸੈਂਟਰ ਦਾ ਜ਼ਿਕਰ ਕਰਦੇ ਆ, ਤਾਂ ਉਹ ਡੀ ਐਡਿਕਸ਼ਨ ਸੈਂਟਰ ਬਕਾਇਦਾ ਰਜਿਸਟਰਡ ਹੁੰਦੇ ਨੇ, ਆਥੋਰਾਈਜ਼ਡ ਹੁੰਦੇ ਨੇ, ਉੱਥੇ MBBS ਡਾਕਟਰ ਹੁੰਦੇ ਨੇ, ਔਰ ਜਦੋਂ ਨੌਜਵਾਨ ਨੂੰ ਨਸ਼ੇ ਦੇ ਬਦਲ ਦੇ ਰੂਪ ਦੇ ਵਿੱਚ ਦਵਾਈ ਦਿੱਤੀ ਜਾਂਦੀ ਹੈ ਤਾਂ ਉਹ ਗਵਰਨਮੈਂਟ ਤੋਂ ਆਥੋਰਾਈਜ਼ਡ ਹੁੰਦੀ ਹੈ। ਜਿਨ੍ਹਾਂ ਦੇ ਪਰਿਵਾਰ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਸਤ ਨੇ, ਜਾਂ ਜਿਹੜੇ ਪਰਿਵਾਰ ਆਪਣੇ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਤੇ ਛੱਡ ਕੇ ਆਉਂਦੇ ਨੇ, ਉੱਥੇ ਉਹਨਾਂ ਨੂੰ ਪਹਿਲਾਂ ਨਸ਼ੇ ਦੀ ਤੋੜ ਦੀ ਦਵਾਈ ਦਿੱਤੀ ਜਾਂਦੀ ਹੈ। ਔਰ ਜਿਹੜਾ ਨਸ਼ਾ ਛਡਾਊ ਕੇਂਦਰ ਜਾਂ ਨਸ਼ਾ ਮੁਕਤੀ ਕੇਂਦਰ ਆਥੋਰਾਈਜ਼ ਹੀ ਨਹੀਂ ਹੈ ਜਾਂ ਜਿਹੜਾ ਕੋਈ ਰਜਿਸਟਰਡ ਹੀ ਨਹੀਂ ਹੈ, ਤਾਂ ਉੱਥੇ ਦਵਾਈ ਦਿੱਤੀ ਹੀ ਨਹੀਂ ਜਾ ਸਕਦੀ ਜਾਂ ਦਿੱਤੀ ਨਹੀਂ ਜਾ ਸਕੀ। ਇਸ ਦਾ ਖੁਲਾਸਾ ਖੁਦ ਉਸ ਨੌਜਵਾਨ ਨੇ ਕੀਤਾ ਹੈ ਜਿਸ ਨੂੰ ਇਸ ਨਸ਼ਾ ਮੁਕਤੀ ਕੇਂਦਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਯਾਨੀ ਕੁੱਲ ਮਿਲਾ ਕੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਸੀ ਵੱਡੇ ਪੱਧਰ ਤੇ, ਆ ਜੋ ਦਾਅਵੇ ਕੀਤੇ ਜਾ ਰਹੇ ਸੀ ਵੱਡੇ ਪੱਧਰ ਤੇ ਕਿ ਨਸ਼ਾ ਛਡਾਊ ਕੇਂਦਰ ਖੋਲੇ ਗਏ ਨੇ ਜਾਂ ਖੋਲੇ ਜਾ ਰਹੇ ਨੇ, ਉਹਨਾਂ ਦੀ ਅਸਲੀਅਤ ਹੌਲੀ ਹੌਲੀ ਨਿਕਲ ਕੇ ਬਾਹਰ ਆਉਂਦੀ ਹੈ। ਇਸ ਦੀ ਵਜ੍ਹਾ ਇੱਕ ਹੋਰ ਵੀ ਹੈ ਕਿ ਜਦੋਂ ਵੱਡੇ ਪੱਧਰ ਤੇ ਤੁਸੀਂ ਦਾਅਵੇ ਕਰਦੇ ਹੋ ਜਾਂ ਵੱਡੇ ਪੱਧਰ ਤੇ ਤੁਸੀਂ ਚੀਜ਼ਾਂ ਨੂੰ ਦੱਸਦੇ ਹੋ ਕਿ ਅਸੀਂ ਇਸ ਤਰੀਕੇ ਨਾਲ ਕੰਮ ਕਰਦੇ ਹਾਂ, ਇਸ ਤਰੀਕੇ ਨਾਲ ਕੰਮ ਕਰਦੇ ਹਾਂ, ਤਾਂ ਹਰ ਕੋਈ ਉਸ ਦੀ ਅਸਲ ਤਸਵੀਰ ਤੱਕ ਜਾ ਕੇ ਜਾਂ ਉਸ ਨੂੰ ਖੰਗਾਲਣ ਦੀ ਜਾਂ ਉਸ ਨੂੰ ਟਟੋਲਣ ਦੀ ਕੋਸ਼ਿਸ਼ ਨਹੀਂ ਕਰਦਾ। ਜਿਹੜੇ ਪਰਿਵਾਰ ਇਸ ਨਸ਼ੇ ਦੀ ਬਿਮਾਰੀ ਤੋਂ ਪੀੜਿਤ ਨੇ, ਜਿਹੜੇ ਨੌਜਵਾਨ ਇਸ ਨਸ਼ੇ ਦੀ ਬਿਮਾਰੀ ਤੋਂ ਪੀੜਿਤ ਹੁੰਦੇ ਨੇ, ਉਹਨਾਂ ਦੇ ਪਰਿਵਾਰਾਂ ਦੇ ਲਈ ਸਿਰਫ ਇੱਕੋ ਹੀ ਲਫ਼ਜ਼ ਕਾਫੀ ਹੁੰਦਾ ਕਿ ਉਹਨਾਂ ਦੇ ਨੌਜਵਾਨ ਜਿਹੜੇ ਉਹਨਾਂ ਦੇ ਕੁਰਾਹੇ ਪੈ ਚੁੱਕੇ ਨੌਜਵਾਨ ਨੇ ਉਹ ਸਿੱਧੇ ਰਸਤੇ ਤੇ ਆ ਜਾਣ, ਬਿਨਾਂ ਇਹ ਦੇਖੇ, ਬਿਨਾਂ ਇਹ ਸੋਚੇ ਕਿ ਅੱਗੇ ਉਹਨਾਂ ਦੇ ਨਾਲ ਕਿਹੋ ਜਿਹਾ ਵਰਤਾਵ ਹੋਣਾ ਹੈ। ਬਹੁਤ ਸਾਰੀਆਂ ਐਸੀਆਂ ਘਟਨਾਵਾਂ ਸਾਹਮਣੇ ਆਈਆਂ ਹੋਣਗੀਆਂ ਜਿੱਥੇ ਫਰਜ਼ੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨੌਜਵਾਨਾਂ ਨੂੰ ਤਸੀਹੇ ਦਿੱਤੇ ਜਾਂਦੇ ਰਹੇ ਨੇ, ਉਹਨਾਂ ਦੇ ਨਾਲ ਅਣਮਨੁੱਖੀ ਵਰਤਾਰੇ ਕੀਤੇ ਜਾਂਦੇ ਰਹੇ ਨੇ। ਸੋ ਐਸੇ ਵਿੱਚ ਇਹ ਹੋਰ ਜ਼ਿਆਦਾ ਅਹਿਮ ਹੋ ਜਾਂਦੀ ਹੈ ਗੱਲ, ਖਾਸ ਕਰਕੇ ਜਿਹੜਾ ਪਰਿਵਾਰ ਆਪਣੇ ਬੱਚੇ ਨੂੰ, ਆਪਣੇ ਪਰਿਵਾਰਕ ਮੈਂਬਰ ਨੂੰ ਇਹੋ ਜਿਹੇ ਨਸ਼ਾ ਮੁਕਤੀ ਥਾਂ ਤੇ ਛੱਡ ਕੇ ਆਉਂਦਾ ਹੈ। ਸੋ ਸਵਾਲ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਨੇ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜਿਨ੍ਹਾਂ ਨੇ ਗੱਲਬਾਤ ਕੀਤੀ ਸੀ, ਉਹਨਾਂ ਨਾਲ ਦੁਬਾਰਾ ਅਸੀਂ ਫਿਰ ਕੋਸ਼ਿਸ਼ ਕਰਾਂਗੇ ਜੁੜਨ ਦੀ, ਕਿਉਂਕਿ ਕੁਝ ਕੋਨੇ ਜਿਹੜੇ ਨੇ, ਕੁਝ ਐਂਗਲ ਜਿਹੜੇ ਨੇ ਹੋਰ ਇਸ ਦੇ ਵਿੱਚ ਖੰਗਾਲਣ ਦੀ ਜ਼ਰੂਰਤ ਹੈ। ਨਸ਼ਾ ਛਡਾਊ ਕੇਂਦਰ ਕਹੀਏ ਜਾਂ ਨਸ਼ਾ ਮੁਕਤੀ ਕੇਂਦਰ ਕਹੀਏ ਜਾਂ
ਸਿਰਫ ਨਾਮ, ਕਿਉਂਕਿ ਕਿਤੇ ਕੋਈ ਬੋਰਡ ਨਹੀਂ ਲੱਗਿਆ ਜਾਂ ਕੋਈ ਕੇਂਦਰ ਬਣਾਇਆ ਨਹੀਂ ਗਿਆ, ਸਿਰਫ ਉਸ ਦਾ ਪ੍ਰਚਾਰ ਵੱਡੇ ਪੱਧਰ ਤੇ ਕੀਤਾ ਗਿਆ ਸੀ, ਸਿਰਫ ਉਸ ਦੇ ਦਾਅਵੇ ਵੱਡੇ ਪੱਧਰ ਤੇ ਕੀਤੇ ਗਏ ਸੀ ਕਿ ਨਸ਼ਾ ਛਡਾਊ ਕੇਂਦਰ ਹੈ ਜਾਂ ਨਸ਼ਾ ਮੁਕਤੀ ਕੇਂਦਰ ਹੈ, ਔਰ ਕਿਸੇ ਨੇ ਵੀ ਇਹ ਚੀਜ਼ ਜਾਣਨ ਦੀ ਜਾਂ ਗਰਾਊਂਡ ਤੇ ਜਾ ਕੇ ਦੇਖਣ ਦੀ ਜ਼ਹਿਮਤ ਨਹੀਂ ਉਠਾਈ ਕਿ ਐਕਚੁਅਲ ਦੇ ਵਿੱਚ ਉੱਥੇ ਚੱਲ ਕੀ ਰਿਹਾ ਹੈ, ਉੱਥੇ ਕੀ ਕੁਝ ਹੋ ਰਿਹਾ ਹੈ। ਸੋ ਇਹ ਚੀਜ਼ਾਂ ਹੌਲੀ ਹੌਲੀ ਖੁੱਲ ਕੇ ਸਾਹਮਣੇ ਆਉਂਦੀਆਂ ਨੇ। ਹੁਣ ਬਾਅਦ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਵੀ ਸਾਹਮਣੇ ਆਉਂਦੇ ਨੇ ਕਿ ਉੱਥੇ ਤਾਂ ਐਸਾ ਕੁਝ ਹੈ ਹੀ ਨਹੀਂ ਸੀ, ਸਿਰਫ ਇੱਕ ਡੀ ਫਾਰਮੇਸੀ ਵਾਲਾ ਜਿਹੜਾ ਲੜਕਾ ਹੈ ਉਹ ਆ ਕੇ ਕਹਿੰਦਾ ਕਿ ਮੈਨੂੰ ਕਿਹਾ ਗਿਆ ਸੀ ਕਿ ਤੂੰ ਉੱਥੇ ਕਦੇ-ਕਦੇ ਗੇੜਾ ਮਾਰ ਲਿਆ ਕਰ, ਔਰ ਉਹ ਵੀ ਉੱਥੇ ਰੈਗੂਲਰ ਨਹੀਂ ਸੀ, ਕਦੇ-ਕਦੇ ਗੇੜਾ ਮਾਰਦਾ ਸੀ, ਔਰ ਜਦੋਂ ਗੇੜਾ ਮਾਰਦਾ ਸੀ ਤਾਂ ਉੱਥੇ ਕੋਈ ਪੈਰਾਸੀਟਾਮੋਲ ਜਾਂ ਐਸੀ ਕੋਈ ਦਰਦ ਦੀ ਦਵਾਈ ਜਿੰਨੇ ਦੇ ਲਈ ਉਹ ਆਥੋਰਾਈਜ਼ ਸੀ ਉਹ ਦੇ ਆਉਂਦਾ ਸੀ, ਕਿਉਂਕਿ ਇਹ ਦਾਅਵਾ ਵਾਰ-ਵਾਰ ਉਸ ਨੌਜਵਾਨ ਵੱਲੋਂ ਕੀਤਾ ਗਿਆ ਕਿ ਉਸਦੇ ਕੋਲ ਨਸ਼ਾ ਛਡਾਉਣ ਵਾਲੀ ਦਵਾਈ ਨਾ ਸੀ ਤੇ ਨਾ ਹੀ ਉਹ ਦੇਣ ਦੇ ਲਈ ਆਥੋਰਾਈਜ਼ ਸੀ। ਤਾਂ ਫਿਰ ਨਸ਼ਾ ਛਡਾਊ ਕੇਂਦਰ ਜਾਂ ਨਸ਼ਾ ਛਡਾਉਣ ਦੇ ਲਈ ਕੀ ਕੀਤਾ ਜਾਂਦਾ ਸੀ? ਹਾਲਾਂਕਿ ਐਸੀਆਂ ਕੋਈ ਖਬਰਾਂ ਜਿਹੜੀਆਂ ਸੀ ਹਾਲੇ ਤੱਕ, ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਚੀਜ਼ਾਂ ਖੁੱਲ ਕੇ ਸਾਹਮਣੇ ਆਉਣ, ਪਰ ਹੁਣ ਤੱਕ ਜੋ ਚੀਜ਼ਾਂ ਸਾਹਮਣੇ ਆਈਆਂ ਕਿ ਇੱਕ